ਜਿਹੜਾ ਕੱਲ ਦਾ ਇਸ਼ੂ ਹੈ, ਖਾਸ ਕਰਕੇ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਇਹ ਫੈਸਲਾ ਲਿਆ ਕਿ 50 ਕਿਲੋਮੀਟਰ ਦੇ ਵਿੱਚ ਵਰਚੁਅਲੀ ਇਹ ਗਵਰਨਮੈਂਟ ਆਫ ਇੰਡੀਆ ਨੇ 50 ਕਿਲੋਮੀਟਰ ਦਾ ਮਤਲਬ ਹੈ ਕਿ ਅੱਧੇ ਪੰਜਾਬ ਤੇ ਇਹ ਕਬਜ਼ਾ ਕਰਨ ਵਾਲੀ ਕੋਸ਼ਿਸ਼ ਹੈ। ਔਰ ਜਿਹੜੀ ਪਿੱਛੇ ਇਹਦੇ ਅਸਲੀਅਤ ਹੈ, ਜੇ ਤੁਸੀਂ ਇਹਨੂੰ ਸਾਰੇ ਨੂੰ ਜੋੜ ਕੇ ਦੇਖੋ, ਚਾਹੇ ਬੰਗਾਲ ਦੀ ਗੱਲ ਹੋਵੇ, ਚਾਹੇ ਪੰਜਾਬ ਦੀ ਗੱਲ ਹੋਵੇ, ਚਾਹੇ ਕਿਸਾਨੀ ਦੀ ਗੱਲ ਹੋਵੇ, ਜੇ ਲਖੀਮਪੁਰ ਵਾਲੀ ਘਟਨਾ ਨੂੰ ਵੀ ਇਹਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਹ ਪਿਓਰਲੀ ਜੋ ਬੀਜੇਪੀ ਕਰ ਰਹੀ ਹੈ ਦੇਸ਼ ਦੇ ਵਿੱਚ ਪੋਲਰਾਈਜੇਸ਼ਨ, ਇਹ ਉਹਦਾ ਇੱਕ ਨਮੂਨਾ ਹੈ ਕਿ ਇੱਥੇ ਵੀ ਉਹੋ ਜਿਹੀ ਪੋਲਰਾਈਜੇਸ਼ਨ ਕੀਤੀ ਜਾਵੇ ਜਿਹੜੀ ਕੰਟਰੀ ਦੇ ਵਿੱਚ ਉਹ ਕਰ ਰਹੇ ਆ। ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਤੇ ਪੰਜਾਬ ਜਿਹੜਾ ਉਹ ਖੜਾ ਹੋਇਆ, ਜਿਹਦੇ ਵਿੱਚ ਹਿੰਦੂ, ਸਿੱਖ, ਈਸਾਈ, ਸਾਰੇ ਧਰਮ ਤੇ ਸਾਰੇ ਜਾਤਾਂ ਦੇ ਲੋਕ, ਪੰਜਾਬ ਨੂੰ ਕਦੀ ਇੱਦਾਂ ਡਿਵਾਈਡ ਨਹੀਂ ਕੀਤਾ ਜਾ ਸਕਦਾ। ਔਰ ਲੇਕਿਨ ਇਹਨਾਂ ਦੀ ਇਹੋ ਜਿਹੀ ਜਿਹੜੀ ਕੋਸ਼ਿਸ਼ ਹੈ ਉਹ ਅਸੀਂ ਸਾਰੇ ਕਦੀ ਕਾਮਯਾਬ ਨਹੀਂ ਹੋਣ ਦੇਵਾਂਗੇ, ਕਿਉਂਕਿ ਇਹਨਾਂ ਨੂੰ ਇਸ ਗੱਲ ਦੀ ਗਲਤ ਫਹਿਮੀ ਆ ਕਿ ਸ਼ਾਇਦ ਜੋ ਬਾਕੀ ਹਿੰਦੁਸਤਾਨ 'ਚ ਅਸੀਂ ਕਰਦੇ ਹਾਂ ਅਸੀਂ ਪੰਜਾਬ 'ਚ ਵੀ ਕਰ ਲਾਂਗੇ। ਪਰ ਪੰਜਾਬੀ ਤਾਂ ਉਹਨਾਂ ਰੂਲਰਸ ਕੋਲੋਂ ਕਦੀ ਡਿਵਾਈਡ ਨਹੀਂ ਹੋਏ। ਅਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋਈਏ, ਕਿਸੇ ਵੀ ਜਾਤ ਨੂੰ ਬਿਲੋਂਗ ਕਰਦੇ ਹੋਈਏ, ਪਰ ਜਿਹੜੀ ਪੰਜਾਬੀਅਤ ਹੈ ਉਹ ਹਮੇਸ਼ਾ ਅਸੀਂ ਜਿੰਦਾ ਰੱਖੀ ਔਰ ਜਿੰਦਾ ਰੱਖਣੀ ਹੈ। ਲੇਕਿਨ ਕਈ ਚੀਜ਼ਾਂ ਰਲੀਆਂ ਹੋਈਆਂ ਹੁੰਦੀਆਂ ਔਰ ਉਹਦੇ ਵਿੱਚ ਅਨਫੋਰਚੂਨੇਟਲੀ ਸਾਡੇ ਫਾਰਮਰ ਐਕਸ ਸਾਡੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦਾ ਬਿਆਨ ਆਉਣਾ, ਕਿਉਂਕਿ ਅਸੀਂ ਕੀ ਇਹ ਪ੍ਰੂਵ ਕਰਨਾ ਚਾਹੁੰਦੇ ਆ। ਉਹ ਤਾਂ ਇਸ ਤਰ੍ਹਾਂ ਐਕਟ ਕਰਦੇ, ਕਿਉਂਕਿ ਮੈਂ ਤਾਂ ਹਮੇਸ਼ਾ ਕਹਿੰਦਾ ਸੀ ਕਿ ਬੀਜੇਪੀ ਨਾਲ ਹੀ ਹੈ। ਪਹਿਲਾਂ ਜਿੱਦਣ ਗਏ ਸੀ ਉਦਣ 10 ਦਿਨ ਲਈ ਪੈਡੀ ਡਿਲੇ ਕਰਾਇਆ ਹੈ, ਜਿੱਦਣ ਹੁਣ ਗਏ ਤੇ ਉਦਣ ਆਹ ਸ਼ਰਾਰਤ ਕਰਿਆ। ਕੈਪਟਨ ਅਮਰਿੰਦਰ ਸਿੰਘ ਜੀ, ਇੱਦਾਂ ਨਾ ਕਰੋ। ਅਸੀਂ ਤੁਹਾਨੂੰ ਬਹੁਤ ਹੋਰ ਤਰ੍ਹਾਂ ਦੀ ਰਿਸਪੈਕਟ ਨਾਲ ਦੇਖਦੇ ਹਾਂ ਕਿ ਬਹੁਤ ਵੱਡੇ ਲੀਡਰ ਹੋ, ਬਟ ਐਟ ਦਾ ਸੇਮ ਟਾਈਮ ਇਹੋ ਜਿਹੀਆਂ ਪੰਜਾਬ ਪ੍ਰਤੀ ਔਰ ਬੀਜੇਪੀ ਨਾਲ ਰਲ ਕੇ ਇੱਦਾਂ ਦੀਆਂ ਗੱਲਾਂ ਨਾ ਕਰੋ। ਔਰ ਬੀਜੇਪੀ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਦਾ ਸਟੇਕ ਨਹੀਂ ਹੈ, ਲੇਕਿਨ ਪੰਜਾਬ ਨੂੰ ਡਿਸਟਰਬ ਕਰਨ ਵਾਲੀਆਂ, ਕਿਉਂਕਿ ਜਦੋਂ ਤੁਸੀਂ ਅੱਧੇ ਪੰਜਾਬ ਤੇ BSF ਦਾ ਕਬਜ਼ਾ ਕਰਾਉਂਦੇ ਆ ਨਾ, ਇਹਦਾ ਮਤਲਬ ਇਹ ਹੋਇਆ ਕਿ ਮਨਸ਼ਾ ਤੁਹਾਡੀ ਇਹ ਹੈਗੀ ਆ ਕਿ ਪੰਜਾਬ ਦੇ ਵਿੱਚ ਗਵਰਨਰ ਰੂਲ ਵੱਲ ਨੂੰ ਅਸੀਂ ਇਹਨੂੰ ਤੋੜ ਲਈਏ ਕਿ ਹਾਂ ਬਈ ਡਿਸਟਰਬ ਸਟੇਟ ਹੈਗੀ ਆ। ਸੋ ਮੈਂ ਤਾਂ ਖਾਸ ਕਰਕੇ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਹੈ ਉਹਨਾਂ ਨੂੰ ਅਪੀਲ ਕਰੂੰਗਾ, ਕਿਉਂਕਿ ਪੰਜਾਬ ਦਾ ਨੁਕਸਾਨ ਪਹਿਲਾਂ ਬਹੁਤ ਹੋ ਚੁੱਕਿਆ। ਪੰਜਾਬ ਨੂੰ ਤੁਸੀਂ 2022 ਜਾਂ 2024 ਲਈ ਕਿਸੇ ਹੋਰ ਪਾਸੇ ਨੂੰ ਨਾ ਤੋਰੋ। ਅਸੀਂ ਹਿੰਦੁਸਤਾਨ ਦੀ ਹਰ ਸੈਕਟਰ ਦੇ ਵਿੱਚ ਹਮੇਸ਼ਾ ਜਿੰਨਾ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ, ਜਦੋਂ ਵੀ ਕਿਤੇ ਦੇਸ਼ ਨੂੰ ਸਮੱਸਿਆ ਆਈ ਹੈ, ਔਰ ਅਸੀਂ ਉਹਦੇ ਵਿੱਚ ਯੋਗਦਾਨ ਪਾਇਆ ਔਰ ਪਾਉਂਦੇ ਰਹਿਣਾ। ਔਰ ਤੁਹਾਡੀਆਂ ਇਹੋ ਜਿਹੀਆਂ ਨਾਕਾਮ ਕੋਸ਼ਿਸ਼ਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਣਾ। ਸੋ ਮੈਂ ਤਾਂ ਇੰਨੀ ਕੁ ਰਿਕੁਐਸਟ ਕਰਨੀ ਸੀ, ਔਰ ਮੈਂ ਸਿੰਗਲਾ ਸਾਹਿਬ ਨੂੰ ਰਿਕੁਐਸਟ ਕਰੂੰਗਾ। ਸਵਾਲ ਵੀ ਤੁਹਾਡਾ ਬਿਲਕੁਲ ਸਵਾਲ ਵੀ, ਔਰ ਸਿੰਗਲਾ ਸਾਹਿਬ 2 ਮਿੰਟ। ਮੈਂ ਤਾਂ ਸਿਰਫ ਇੰਨੀ ਗੱਲ ਹੀ ਐਡ ਕਰਨਾ ਚਾਹੁੰਦਾ ਕਿ ਪੰਜਾਬ ਨੂੰ ਕਦੇ ਵੀ ਕੌਮਨਲ ਤਰੀਕੇ ਨਾਲ ਦੇਖਿਆ ਨਹੀਂ ਗਿਆ, ਤੇ ਪੰਜਾਬ ਨੇ ਹਮੇਸ਼ਾ ਵੱਡੀ ਤੋਂ ਵੱਡੀ ਲੜਾਈ ਦੇ ਵਿੱਚ ਪੰਜਾਬੀਆਂ ਨੇ ਮਿਲ ਕੇ ਹਿੱਸਾ ਪਾਇਆ। ਚਾਹੇ ਆਜ਼ਾਦੀ ਦੀ ਲੜਾਈ ਆਈ ਹੈ ਤੇ ਚਾਹੇ ਕੁਰਬਾਨੀਆਂ ਦੇਣ ਦੀ ਗੱਲ ਆਈ ਹੈ, ਪੰਜਾਬ ਹਮੇਸ਼ਾ ਇਕੱਠੇ ਹੋ ਕੇ ਸੰਘਰਸ਼ ਕਰਦਾ ਤੇ ਸੰਘਰਸ਼ ਕਰਦਾ ਰਿਹਾ। ਪਹਿਲਾਂ ਵੀ ਤੁਸੀਂ ਦੇਖਿਆ ਕਿ ਜਦੋਂ ਤੋਂ 3 ਕਾਲੇ ਕਾਨੂੰਨ ਆਏ ਤਾਂ ਉਦੋਂ ਵੀ ਸਾਰੇ ਪੰਜਾਬ ਨੇ ਇਕੱਠੇ ਹੋ ਕੇ ਪੰਜਾਬ ਦੀ ਆਵਾਜ਼ ਨੂੰ, ਕਿਸਾਨ ਦੀ ਤੇ ਗਰੀਬ ਦੀ ਆਵਾਜ਼ ਨੂੰ
ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਵਾਸਤੇ ਜ਼ੋਰਦਾਰ ਤਰੀਕੇ ਨਾਲ ਲੜਾਈ ਲੜੀ ਔਰ ਕੋਈ ਪੱਖਪਾਤ ਜਾਤ-ਪਾਤ ਦੇ ਨਾਮ ਦੇ ਉੱਪਰ ਨਹੀਂ ਹੋਇਆ। ਤੋ ਇਸ ਕਰਕੇ ਬੀਜੇਪੀ ਦੀ ਸਰਕਾਰ ਅਗਰ ਕਮਿਊਨਲ ਤਰੀਕੇ ਨਾਲ ਪੰਜਾਬ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਨਾ ਕਦੇ ਪੰਜਾਬੀਆਂ ਨੇ ਪਹਿਲਾਂ ਹੋਣ ਦਿੱਤਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਹੋਊਗੀ, ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਅਣਖ ਤੇ ਗੈਰਤ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਦਾ ਥਾਟ ਪ੍ਰੋਸੈਸ ਰੱਖਿਆ। ਤੋ ਇਸ ਕਰਕੇ ਅੱਜ ਦੀ ਜਿਹੜੀ ਆ ਗੱਲ ਚੱਲ ਰਹੀ ਹੈ ਬੀਜੇਪੀ ਵੱਲੋਂ ਸਟੇਟ ਦੇ ਜਿਹੜੇ ਰਾਈਟਸ ਹੈ ਉਹਨਾਂ ਦੇ ਵਿੱਚ ਇਨਫਿਲਟਰੇਟ ਕਰਨ ਦੀ ਗੱਲ ਹੋ ਰਹੀ ਹੈ। ਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹਨਾਂ ਨੂੰ ਸਟੇਟਾਂ ਨੂੰ ਕਮਜ਼ੋਰ ਕਰਨ ਵਾਸਤੇ ਜੋ ਭਾਰਤ ਦੀ ਸਰਕਾਰ ਬੀਜੇਪੀ ਦੀ ਸਰਕਾਰ ਕਰ ਰਹੀ ਹੈ, ਮੈਂ ਇਹ ਕਹਿਣਾ ਚਾਹੁੰਦਾ ਉਹਨਾਂ ਨੂੰ ਇਹ ਗੱਲਾਂ ਦੇ ਉੱਪਰ ਨਹੀਂ ਜਾਣਾ ਚਾਹੀਦਾ। ਲੈਟ ਫੈਡਰਲ ਸਟਰਕਚਰ ਨੂੰ ਨਹੀਂ ਬ੍ਰੇਕ ਕਰਨਾ ਚਾਹੀਦਾ। ਔਰ ਆਪਾਂ ਸਭ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਭਾਰਤ ਦੀ ਸਰਕਾਰ ਹਮੇਸ਼ਾ ਸਟੇਟਾਂ ਦੇ ਅਧਿਕਾਰਾਂ ਨੂੰ, ਉਹਨਾਂ ਦੀਆਂ ਤਾਕਤਾਂ ਨੂੰ ਵਿੱਚ ਵੜ ਕੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹਦੇ ਨਾਲ ਫੈਡਰਲ ਸਟਰਕਚਰ ਕਮਜ਼ੋਰ ਹੁੰਦਾ ਹੈ। ਆਪਾਂ ਸਾਰੇ ਕਾਨੂੰਨ ਦੀ ਜੋ ਸਿਚੁਏਸ਼ਨ ਹੈ ਉਸ ਦੇ ਨਾਲ ਆਪਾਂ ਆਪਣੇ ਆਪ ਨੂੰ ਹਮੇਸ਼ਾ ਸਟੈਂਡ ਬਾਏ ਕਰਦੇ ਹਾਂ। ਆਪਾਂ ਸਾਰੇ ਕਾਨੂੰਨ ਦੇ ਨਾਲ ਬੰਨੇ ਹੋਏ ਹਾਂ, ਆਪਾਂ ਸਾਰੇ ਕਾਨੂੰਨ ਦੀ ਪਾਲਣਾ ਕਰਦੇ ਹਾਂ ਤੇ ਉਸੇ ਕਾਨੂੰਨ ਨੂੰ ਸਾਹਮਣੇ ਰੱਖਦੇ ਹੋਏ, ਜਿਸ ਤਰ੍ਹਾਂ ਲਖੀਮਪੁਰ ਦੀ ਗੱਲ ਹੋਈ ਹੈ, ਆਪਾਂ ਸਭ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮਰਸੀਲੈਸਲੀ ਇੱਕ ਕੇਂਦਰ ਸਰਕਾਰ ਦੇ ਵਜ਼ੀਰ ਨੇ ਦੇ ਬੇਟੇ ਨੇ ਕਿਸਾਨ ਭਰਾ ਜੋ ਉੱਥੇ ਆਪਣੇ ਪ੍ਰੋਟੈਸਟ ਦੇ ਵਿੱਚ ਬੈਠੇ ਸੀ ਉਹਨਾਂ ਦਾ ਕਿਸ ਤਰੀਕੇ ਨਾਲ ਕਤਲੇਆਮ ਕੀਤਾ ਔਰ ਕਿਸ ਤਰੀਕੇ ਦੇ ਨਾਲ ਅੱਜ ਉਸ ਦੀ ਜੁਆਇਨਿੰਗ ਹੋਈ ਹੈ, ਕਿਸ ਤਰ੍ਹਾਂ ਉਹਦੀ ਅਰੈਸਟ ਹੋਈ ਹੈ ਬੀਜੇਪੀ ਦੇ ਮਿਨਿਸਟਰ ਸਾਹਿਬ ਦੇ ਬੇਟੇ ਦੀ ਆਸ਼ੀਸ਼ ਮਿਸ਼ਰਾ ਦੀ, ਔਰ ਕਿਸ ਤਰ੍ਹਾਂ ਅੱਜ ਇੱਕ ਜ਼ਿੰਮੇਵਾਰ ਵਜ਼ੀਰ ਜੋ ਬੀਜੇਪੀ ਦੀ ਸਰਕਾਰ ਵਿੱਚ ਮੌਜੂਦਾ ਵਜ਼ੀਰ ਹੈ, ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਉਹਨੂੰ ਆਪਣੀ ਵਜ਼ਾਰਤ 'ਚ ਰੱਖ ਕੇ ਬੈਠੇ। ਤੁਸੀਂ ਕਿਸਾਨ ਦੀ ਪੀੜਾ ਨਹੀਂ ਸਮਝੀ ਅੱਜ ਤੱਕ। ਤੁਸੀਂ ਇੰਨੇ ਕਿਸਾਨ ਸ਼ਹੀਦ ਹੋ ਗਏ ਬਾਰਡਰ ਤੇ, ਤੁਸੀਂ ਉਹਨਾਂ ਦੇ ਵਾਸਤੇ ਕਦੇ ਦੁੱਖ ਸਾਂਝਾ ਵੀ ਨਹੀਂ ਕੀਤਾ। ਪਰ ਲੇਕਿਨ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਅੱਜ ਜਿਹੜਾ ਇਨਸਾਨ ਤੁਹਾਡੀ ਵਜ਼ਾਰਤ ਦੇ ਵਿੱਚ ਵਜ਼ੀਰ ਹੋਵੇ ਤੇ ਉਹਦਾ ਬੇਟਾ ਤੇ ਉਹਦੀ ਗੱਡੀ 8 ਕਿਸਾਨ ਭਰਾਵਾਂ ਨੂੰ ਕੁਚਲ ਦੇਵੇ ਤੇ ਉਹਨਾਂ ਦਾ ਕਤਲੇਆਮ ਹੋ ਜੇ ਤੇ ਅੱਜ ਵੀ ਉਹ ਬੀਜੇਪੀ ਦੀ ਸਰਕਾਰ ਦੇ ਵਿੱਚ ਵਜ਼ੀਰ ਕੰਟੀਨਿਊ ਕਰ ਰਿਹਾ। ਜੇ ਉਹ ਕੱਲ ਨੂੰ ਪਤਾ ਲੱਗ ਜੇ ਕਿ ਉਹਦਾ ਦੋਸ਼ ਨਹੀਂ ਹੈ, ਤੁਸੀਂ ਦੁਬਾਰਾ ਵਜ਼ਾਰਤ ਤੋਂ ਲੈ ਲਿਓ ਕਿ ਕਿਸੇ ਵੀ ਵਜ਼ੀਰ ਦੇ ਬੱਚੇ ਦੇ ਉੱਪਰ, ਪਹਿਲਾਂ ਤਾਂ ਕਿਸੇ ਨਾਰਮਲ ਵਜ਼ੀਰ ਦੇ ਬੱਚੇ ਦੇ ਉੱਪਰ ਵੈਸੇ ਹੀ ਕਦੇ ਕਾਰਵਾਈ ਨਹੀਂ ਹੋ ਸਕਦੀ, ਤੇ ਜੇ ਕੋਈ ਵਜ਼ੀਰ ਹੋਮ ਦੇ ਡਿਪਾਰਟਮੈਂਟ ਦਾ ਹੋਵੇ ਤੇ ਹੋਮ ਮਹਿਕਮੇ ਨੇ ਹੀ ਪਰਚਾ ਦਰਜ ਕੀਤਾ ਹੋਵੇ ਤਾਂ ਕੀ ਤੁਸੀਂ ਉੱਥੇ ਇਨਸਾਫ ਸਮਝ ਸਕਦੇ ਹੋ? ਕਿਉਂਕਿ ਯੂਪੀ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਤੇ ਭਾਰਤ ਸਰਕਾਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ। ਤਾਂ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜਿਸ ਤਰੀਕੇ ਦੇ ਤੌਰ ਤਰੀਕੇ ਬੀਜੇਪੀ ਦੀ ਕੇਂਦਰ ਸਰਕਾਰ ਨੇ ਸੂਬਿਆਂ ਦੇ ਪ੍ਰਤੀ ਰੱਖੇ ਹੈ ਜਾਂ ਕਿਸ ਤਰੀਕੇ ਦੇ ਨਾਲ ਆਪਣੀ ਇਨਫਿਲਟ੍ਰੇਸ਼ਨ ਦੇ ਤਹਿਤ ਸੂਬਿਆਂ ਨੂੰ ਕਮਜ਼ੋਰ ਕਰਨ ਦੀ ਗੱਲ ਹੋ ਰਹੀ ਹੈ, ਇਹ ਘੱਟੋ ਘੱਟ ਪੰਜਾਬ 'ਚ ਨਹੀਂ ਹੋਣੀ। ਕਿਉਂਕਿ ਪੰਜਾਬ ਦਾ ਹਿੰਦੂ, ਪੰਜਾਬ ਦੇ ਸਿੱਖ, ਪੰਜਾਬ ਦੇ ਈਸਾਈ ਤੇ ਪੰਜਾਬ ਦੇ ਸਾਰੇ ਮੁਸਲਮਾਨ ਭਾਈਚਾਰਾ ਜਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਇਕੱਠੇ ਹੋ ਕੇ ਆਪਣੇ ਪੰਜਾਬ ਦੀ अणख ਤੇ गैरत वास्ते लोग लड़ाई करते हैं। सिंगला साहब ये बताएं कि अभी आपके साथी प्रगट सिंह ने कहा है कि कैप्टन अमरिंदर सिंह की बीजेपी के साथ शमूलियत है, आप क्या कहेंगे इसके बारे में कि कैप्टन मेरे ਕੋਲੋਂ ਤਾਂ ਪੁੱਛ ਲਓ ਯਾਰ, ਮੈਂ ਹੀ ਕਹਿ ਦਿੰਦਾ ਯਾਰ ਕਿਉਂ ਤੁਸੀਂ ਆਪਾਂ नहीं ये थोड़े साथी ने ਮੇਰੇ ਸਾਥੀ ਆ। ਦੇਖੋ ਗੱਲ ਇਹ ਆ, ਚਲੋ ਕੋਈ ਨਹੀਂ ਵਿੱਚ ਮਿਕਸ ਜੀ ਕਰ ਲੈਂਦੇ ਆ ਕਿਉਂਕਿ ਮੈਨੂੰ ਹਿੰਦੀ ਵੀ ਠੀਕ ਹੈਗੀ ਮਾੜੀ ਮੋਟੀ ਮੇਰੀ। ਉਹ ਬੇਸਿਕਲੀ ਦੇਖੋ ਮੈਂ ਤਾਂ ਹਮੇਸ਼ਾ ਕਹਿੰਦਾ ਰਿਹਾ, ਠੀਕ ਹੈ ਕਈ ਵਾਰੀ ਪਾਰਟੀ ਦੀਆਂ ਪॉलिसीज़ ਹੁੰਦੀਆਂ, ਸਾਰਾ ਕੁਝ ਹੁੰਦਾ, बट ਜਿਹੜੀ जो बात मेरे को समझ है वो यही है कि सिर्फ जाते हैं वहीं इसलिए जाते हैं कि हाँ भाई कहीं ना कहीं बीजेपी से कोई ना कोई साठगांठ करके, क्योंकि ये तो पार्टी भी बनाना चाहते हैं, नहीं बना ले हमें क्या प्रॉब्लम है। सो मैं उसका जवाब देता हूँ। ਇਹ ਸਭ ਕੁਝ ਕਰਵਾਇਆ। ਤੁਹਾਡੇ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜੀ ਕਹਿੰਦੇ ਨੇ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਣਾ ਨੇ ਇਹ ਸਾਰਾ ਕੁਝ ਕਰਾਇਆ। ਜਦੋਂ ਗ੍ਰਹਿ ਮੰਤਰੀ ਨੂੰ ਮਿਲੇ ਉਹਨਾਂ ਨੂੰ ਮੰਗ ਪੂਰੀ ਕਰਨੀ ਸਰੈਂਡਰ ਹੋ ਗਈ। उन्होंने ये भी कहा कि ऐसा लग रहा है कि 25,000 किलोमीटर देखो दे दिया देखो सेंटर को। ये आपने ਦੇਖੋ ਜਾਖੜ ਸਾਹਿਬ ਦੀ ਜਿਹੜੀ ਸਪਿਰਿਟ ਹੈ ਪੰਜਾਬ ਪ੍ਰਤੀ, ਉਹਦੇ ਤੇ ਕਦੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਜਿਹੜੀ ਉਹਨਾਂ ਦੀ ਸਪਿਰਿਟ ਹੈ, ਮੈਂ ਸਪਿਰਿਟ ਦੀ ਗੱਲ ਕਰਦਾ, ਤੁਸੀਂ ਬੰਦਿਆਂ ਦੀ ਜਿਹੜੀ ਹਰ ਬੰਦੇ ਦਾ ਇੱਕ ਨਜ਼ਰੀਆ ਹੁੰਦਾ, ਕਿਉਂਕਿ ਉਹਨਾਂ ਦਾ ਜਿਹੜੀ ਸਪਿਰਿਟ ਆ ਉਹ ਪੰਜਾਬ ਪ੍ਰਤੀ ਹੈਗੀ ਆ, ਇਸ ਕਰਕੇ ਉਹਨਾਂ ਨੇ ਗੱਲ ਕੀਤੀ ਹੈਗੀ ਆ। ਔਰ ਇਹਦੇ ਵਿੱਚ ਜਿਹੜਾ
ਚਰਨਜੀਤ ਚੰਨੀ ਜੀ ਹੈਗੇ ਆ, ਉਹਨਾਂ ਨੇ ਤਾਂ ਇੱਕ ਸਿੰਪਲ ਗੱਲ ਕਹੀ ਸੀਗੀ, ਲੇਕਿਨ ਪ੍ਰਗਟ ਉਸ ਜੀ, ਗੱਲ ਬਹੁਤ ਨੂੰ ਬੜਾ allegation ਉਸ ਹੈ ਗੱਲ ਇਹ। ਨੂੰ ਆਧਾਰ ਬਣਾ ਲੈਣਾ। ਨਹੀਂ ਤੁਹਾਡੇ ਉਸ ਗੱਲ ਨੂੰ ਪ੍ਰਧਾਨ ਕਹਿ ਰਹੇ ਨੇ, ਪਾਰਟੀ ਦੇ ਸਾਬਕਾ ਪ੍ਰਧਾਨ ਕਹਿ ਰਹੇ ਨੇ। ਮੈਂ ਕਹਿੰਦਾ ਉੱਤੇ ਉਹਨਾਂ ਦੀ ਤੁਸੀਂ- ਸਪਿਰਿਟ ਜਿਹੜੀ ਆ, ਉਹਨਾਂ ਦੀ ਸਪਿਰਿਟ, ਤੁਸੀਂ ਪੰਜਾਬ ਪ੍ਰਤੀ ਉਹਨਾਂ ਦੀ ਸਪਿਰਿਟ ਦੀ ਗੱਲ ਕਰੋ ਨਾ। ਸਪਿਰਿਟ ਦੀ ਨਹੀਂ ਜੀ, ਉਹ ਕਹਿ ਰਹੇ ਨੇ ਚਰਨਜੀਤ ਚੰਨੀ ਉਹਨਾਂ ਨੇ ਕਰਵਾਇਆ, ਸਪਿਰਿਟ ਤੇ ਇਹ ਕਹਿੰਦੇ ਵੀ ਜਦ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਨੇ, ਉਹ ਤੋਂ ਬਾਅਦ ਇਹ ਫੈਸਲਾ ਆ ਗਿਆ। ਇਦਾਂ ਦੀ ਕੋਈ ਚਿੱਠੀ ਨਹੀਂ, ਕੋਈ ਕੁਛ ਨਹੀਂ ਹੈ। ਸੁਣੋ ਮੇਰੀ ਗੱਲ, 5 ਲੇਕਿਨ ਸਤੰਬਰ ਦਾ ਉਹਨਾਂ ਨੇ ਫੋਟੋ ਲੇਕਿਨ ਆਪਣੇ ਇਹ ਗੱਲ ਦੇ ਵਿੱਚ ਪਾਈ। ਇਹ ਗੱਲ ਨੂੰ ਇਸ ਪਾਸੇ ਨੂੰ ਲੈ ਜਾਣਾ ਕਿ ਚਰਨਜੀਤ ਸਿੰਘ ਚੰਨੀ ਸਾਡੇ ਚੀਫ ਮਿਨਿਸਟਰ, ਉਹਨਾਂ ਨੇ ਕੋਈ ਚਿੱਠੀ ਲਿਖੀ ਆ, ਇਦਾਂ ਦੀ ਕੋਈ ਚਿੱਠੀ ਨਹੀਂ ਹੈ, ਇਦਾਂ ਦੀ ਕੋਈ ਗੱਲ ਨਹੀਂ ਹੈ। ਸਿੰਪਲ, ਕਿਉਂਕਿ ਸਾਡੇ ਤਾਂ ਬੇਸਿਕਲੀ ਜਿੰਨੀ ਡਰੱਗਸ ਆ ਰਹੀ ਆ, ਆਪਾਂ ਨੂੰ ਪਤਾ ਕਿਹੜੀ ਬੰਦਰਗਾਹ ਤੋਂ 3000 ਕਿਲੋ ਹੀ ਫੜ ਹੋਈ ਸੀ ਨਾ, ਆਪਾਂ ਨੂੰ ਪਤਾ, ਕਿਉਂਕਿ ਮੈਂ ਤਾਂ ਪੁਲਿਸ ਦੇ ਵਿੱਚ ਵੀ ਰਿਹਾ, ਮੈਂ ਇਸ ਗੱਲ ਨੂੰ ਸਮਝਦਾ ਵੀ ਹੈਗਾ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਬੇਸਿਕਲੀ ਅਦਰਵਾਈਜ਼ ਬੇਸ ਬਣਾ ਲੈਣਾ, ਲੇਕਿਨ ਇਹਨੂੰ ਕਿਤੇ ਜੋੜ ਕੇ ਦੇਖੋ ਤਾਂ ਉਹਦੇ ਵਿੱਚੋਂ ਕਲੀਅਰ ਕੱਟ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ, ਬੀਜੇਪੀ ਦੀ ਮਨਸ਼ਾ ਤੁਹਾਨੂੰ ਕਲੀਅਰ ਕੱਟ ਨਜ਼ਰ ਆ ਜਾਊਗੀ। आपकी पार्टी के सांसद अगर बीएसएफ को 50 किलोमीटर तक ਜਿਹੜੀ ਪਰਮਿਸ਼ਨ ਦਿੱਤੀ ਗਈ ਹੈ, ਉਹਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਪੰਜਾਬ ਪੁਲਿਸ ਦੀ ਵੀ ਬਹੁਤ ਇਨਵੋਲਵਮੈਂਟ ਰਹੀ ਹੈ ਡਰੱਗ ਡੀਲਰਸ ਦੇ ਨਾਲ, ਉਹਨੂੰ ਕਰਬ ਕਰਨ ਲਈ ਜਿਹੜਾ ਇਹ ਕੀਤਾ ਗਿਆ ਸਟੈਪ ਚੱਕਿਆ ਗਿਆ। ਇਦਾਂ ਦੀ ਕੋਈ ਗੱਲ ਨਹੀਂ ਹੈ। ਪੰਜਾਬ ਪੁਲਿਸ ਕੰਪੀਟੈਂਟ ਹੈ। ਕਈ ਵਾਰੀ ਕੀ ਹੁੰਦਾ ਕਿ ਸਾਡਾ ਹੁਣ ਜਿਹੜਾ ਹੋਮ ਮਿਨਿਸਟਰ ਹੈ ਔਰ ਸਾਡੇ ਚੀਫ ਮਿਨਿਸਟਰ ਸਾਹਿਬ ਹੈ, ਇਹ ਫੁੱਲੀ ਕੰਪੀਟੈਂਟ ਹੈਗੇ ਆ। ਇਹ ਪੰਜਾਬ ਪੁਲਿਸ ਕੰਪੀਟੈਂਟ ਹੈਗੀ ਆ ਇਹਨੂੰ ਕਰਬ ਕਰਨ ਲਈ। ਹਾਂ, ਬਲੈਕ ਸ਼ੀਪਸ ਹੈਗੀਆਂ, ਆਈ ਡੂ ਅੰਡਰਸਟੈਂਡ। ਉਹ ਬਲੈਕ ਸ਼ੀਪਸ ਨੂੰ ਆਇਡੈਂਟੀਫਾਈ ਕਰਕੇ ਸਾਨੂੰ ਸਾਈਡ ਤੇ ਕਰਨਾ ਪਊਗਾ। ਇਹਦੇ 'ਚ ਕੋਈ ਦੋਰਾਮਾ ਨਹੀਂ। ਐਸਟੀਐਫ ਫਾਰਮ ਹੋਈ ਸੀ ਔਰ ਹਰਪ੍ਰੀਤ ਸਿੰਘ ਸਿੱਧੂ ਨੇ ਜਿਹੜਾ ਸਭ ਤੋਂ ਪਹਿਲਾ ਕੇਸ ਪਕੜਿਆ ਸੀ, ਉਹ ਇੰਸਪੈਕਟਰ ਸੀ ਜਲੰਧਰ ਦਾ, ਪੰਜਾਬ ਪੁਲਿਸ ਦਾ, ਬਹੁਤ ਵੱਡਾ ਸੀ, ਬਟ ਉਹਨੂੰ ਬਾਅਦ ਵਿੱਚ ਅਸ਼ਫ ਕਰ ਦਿੱਤਾ ਗਿਆ। ਹਜੇ ਹਸ਼ਪ ਨਹੀਂ ਕੀਤਾ ਗਿਆ। ਹਜੇ ਜਿਹੜੀ ਰਿਪੋਰਟ ਹਾਈ ਕੋਰਟ ਦੇ ਵਿੱਚ ਪਈ ਆ। ਤੁਹਾਨੂੰ ਵੀ ਪਤਾ ਲੜਾਈ ਕਾਹਦੇ ਲਈ ਆ, ਮੈਨੂੰ ਵੀ ਪਤਾ ਇਸ ਕਰਕੇ ਕਾਹਦੇ ਲਈ ਆ। ਪ੍ਰਗਟ ਜੀ, ਸੋ we ਪੰਜਾਬ ਦੇ ਜਿਹੜੇ ਜ਼ਿਆਦਾਤਰ ਬਾਰਡਰ ਏਰੀਏ ਦੇ ਸ਼ਹਿਰ ਹੈਗੇ ਨੇ, ਸ਼ਹਿਰ ਸਾਰੇ ਹੀ ਇਹਦੇ ਵਿੱਚ ਆ ਜਾਂਦੇ ਨੇ 50 ਕਿਲੋਮੀਟਰ ਦੇ ਵਿੱਚ। ਇਹਦੇ ਵਿੱਚ ਤਾਂ ਪਠਾਨਕੋਟ ਤੋਂ ਚੱਲ ਕੇ ਅਬੋਹਰ ਫਾਜ਼ਿਲਕਾ ਤੱਕ ਸਾਡੇ 6-7 ਜਿਹੜੇ ਜ਼ਿਲ੍ਹੇ ਹੈਗੇ ਆ ਇਹਦੇ ਵਿੱਚ ਆ ਜਾਂਦੇ ਆ। ਔਰ ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਨੂੰ ਜਲਦੀ ਤੋਂ ਜਲਦੀ ਰਿਵਿਊ ਕਰਕੇ ਸਿਰਫ ਤੇ ਸਿਰਫ ਪੋਲਰਾਈਜੇਸ਼ਨ ਦੀ ਨਿਗਾਹ ਨੂੰ ਪਰਾਂ ਕਰਕੇ ਇਹਨੂੰ ਉਸ ਐਂਗਲ ਨਾਲ ਦੇਖਣਾ ਚਾਹੀਦਾ ਜਿੰਨੀ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਬਾਰਡਰ ਸੀਲਡ ਵੀ ਹੈਗਾ ਔਰ ਉਹਦੇ ਵਿੱਚ ਹੋਰ ਫਰਦਰ, ਕਿਉਂਕਿ ਇਹ ਤਾਂ ਠੀਕ ਹੈ ਵੀ ਮੈਂ ਸਮਝਦਾ ਕਿੱਦਾਂ ਜਿਹੜਾ ਕਿਹੜੀ ਏਜੰਸੀ ਕਿੱਦਾਂ ਕੰਮ ਕਰਦੀ ਹੈ। ਮੈਂ ਬਿਲਕੁਲ 200% ਇਹਦੇ 'ਚ ਕਲੀਅਰ ਹੈਗਾ। ਔਰ ਇਹਦੇ ਵਿੱਚ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ, ਉਹਨਾਂ ਨੂੰ ਇਦਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ, ਸੋਚ ਬਦਲਣੀ ਚਾਹੀਦੀ ਆ। ਔਰ ਜਿਹਨਾਂ ਦੇ ਥਰੂ ਇਹ ਹੱਥ ਕੰਡੇ ਵਰਤਦੇ ਆ, ਉਹਨਾਂ ਨੂੰ ਵੀ ਇਹ ਇੱਕ ਸੁਝਾਅ ਦਿੰਦਾ ਵੀ ਇਦਾਂ ਦੀ ਗੱਲ ਪੰਜਾਬ ਨਾਲ ਨਾ ਕਰੋ। ਇਹ ਪੰਜਾਬ ਜਿਹੜਾ ਆ ਉਹ ਸਾਰਾ ਦਾ ਸਾਰਾ, ਹਰ ਸੁਸਾਇਟੀ ਜਿਹੜੀ ਇਕੱਠੀ ਆ, ਔਰ ਪੰਜਾਬ ਨੂੰ डिफेंड ਕਰਨ ਲਈ ਹਰ सोसाइटी इकट्ठी है। प्रगट सिंह जी, आपकी पार्टी के सांसद कि ड्रोन के माध्यम से हथियार आ रहे थे, लेकिन अगर हम पिछले 2 महीने की बात करें तो पंजाब पुलिस ने जो 4 टिफिन बम आए, हैंड ग्रेनेड आए, सब रिकवर किया। तो कहीं ऐसी कोई चूक रही नहीं, कोई आतंकी वारदात करने की जो पूरी प्लानिंग थी पाकिस्तान। मैं तो ये कहता हूं कि 4.5 साल तो ऐसा हुआ नहीं। जब कैप्टन अमरिंदर सिंह जी थे फिर तो 50 किलोमीटर का ऑर्डर आया नहीं। आप इससे क्या समझ सकते हैं? नहीं, मैं पूछ रहा हूं सर, पंजाब पुलिस तो कॉम्पिटेंट है, तभी पंजाब पुलिस बिल्कुल कॉम्पिटेंट है और पंजाब पुलिस उस हर मुकाबले के लिए तैयार है। ऐसी देखो जो मंशा होती है ना 2022 की और 2024 की, उसमें इतनी क्लैरिटी है कि यहाँ हर भाईचारे को डराने की कोशिश करके और उसको पोलराइज करने की जो है मंशा है, वो उसकी क्लैरिटी है और हम वो होने नहीं देंगे। सर, ये कम्युनल आप बात कह रहे हैं, कम्युनल कैसे होगा? अगर बीएसएफ को अथॉरिटी मिल रही है, तो बीएसएफ तो फोर्स है, आप कह रहे हैं पोलराइजेशन होगा, कम्युनल किया जा रहा है पूरा मामला, तो ये कैसे? तो फेडरल डिसिप्लिन फोर्स कैसे? मैं आपको बता देता हूँ भाई, हम कॉम्पिटेंट हैं पंजाब को हैंडल करने के लिए। गवर्नर रूल किसको कहते हैं? बीएसएफ जब 50 किलोमीटर तक हमारे 6 या 7 जिलों में किसी तरह भी सर्च करके
रजिस्टर्ड करके केस वो पंजाब पुलिस नहीं कर सकती? क्यों नहीं कर सकती? भाई हम पंजाब को संभालने के लायक हैं। हमें हमारी जहाँ जहाँ हमें गवर्नमेंट ऑफ इंडिया की ज़रूरत है वहाँ हमारी सपोर्ट करे। 3 काले कानून आपको भी पता है भी वो कंकरेंट लिस्ट में है या स्टेट सब्जेक्ट है, वो करके 1 साल और 650-700 के करीब हमारे किसान भाई जो शहादत दे चुके हैं, उनका क्या कसूर था? नहीं, क्या इससे आपको लग रहा है सर पोलराइजेशन हो रहा है? आप कह रहे हैं पोलराइजेशन, वो मैं चाह रहा हूँ कि आप पोलराइजेशन इसलिए है मेरे भाई कि किसी ना किसी कम्युनिटी को डरा के कि हाँ भाई हम सेफ नहीं है पंजाब में। हम पंजाब देखो, पंजाबी चाहे हिंदू हो, चाहे सिख हो, चाहे ईसाई हो, चाहे मुस्लिम हो, पंजाब में हर तरह का आदमी पंजाब में क्यों आता है? यहाँ हर प्रकार की उसको कहीं ना कहीं शेल्टर मिलती है, उसको किसी ना किसी तरह से कवर मिलता है। आप कभी देख सकते हो कि हाँ भाई अगर हमारे साथ में कोई हिंदू भाई है और उसके साथ कोई जाति हो रही हो तो उसके साथ पूरा पंजाब नहीं खड़ा होता? प्रगट जी, जो लीडर पार्टी लाइन के खिलाफ बोल रहे हैं, चाहे सांसद आपके गुरजीत औजला वो भी समर्थन कर रहे हैं, कैप्टन अमरिंदर सिंह ने साफ कह दिया कि बीएसएफ को स्ट्रेंथ मिलेगी, तो आपको नहीं लगता इन नेताओं के खिलाफ मैंने कार्रवाई औजला होगी? साहब का कुछ नहीं सुना, लेकिन मैंने कैप्टन अमरिंदर सिंह का जरूर सुना है। तो इस पे पार्टी में हाईकमान पे जाना हमें देखो, मेरे को नेशनलिस्ट प्रूव करने की ज़रूरत नहीं है। 10 साल हिंदुस्तान का झंडा लेके सबसे आगे गया हूँ। कैप्टन अमरिंदर सिंह को अगर नेशनलिस्ट है उसको प्रूव करने की ज़रूरत नहीं होनी चाहिए। तो इनके खिलाफ ਪ੍ਰਗਟ ਜੀ ਜਦੋਂ ਸਿਵਲ ਸੈਕਟਰ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਬੀਐਸਐਫ ਨੂੰ ਦਿੱਤੀ ਜਾਂਦੀ ਹੈ, ਸੀਆਈਐਸਐਫ ਨੂੰ। ਅਗਰ ਜੈਟ ਪਲੱਸ ਇੱਕ ਸੁਣੋ ਸਰ, ਜੈਟ ਪਲੱਸ ਸਿਕਿਉਰਿਟੀ ਅਸੀਂ ਸਾਡੇ ਪੰਜਾਬ ਦੇ ਕਈ ਲੀਡਰਾਂ ਕੋਲ ਉਹ ਸੈਂਟਰਲ ਫੋਰਸ ਹੈ ਜੀ। ਪੰਜਾਬ ਦੇ ਜੇਲ੍ਹਾਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਸੀਐਸਐਫ ਬੁਲਾਉਂਦੇ ਹਾਂ, ਤਾਂ ਹੁਣ ਦਿੱਕਤ ਕਿੱਥੇ ਹੈ? ਅਸੀਂ ਬਿਲਡਿੰਗ ਦੀ ਦੇਖੋ, ਗੱਲ ਇਹ ਹੈ ਕਿ ਮੰਨ ਲਓ ਸਪੋਜ਼ ਪੰਜਾਬੀ ਦੀ ਕੀ ਸਮੱਸਿਆ ਕਿੱਥੇ ਆ, ਕਈ ਵਾਰੀ ਤੁਹਾਡਾ ਜਾਣ ਪਛਾਣ ਬੜੀ ਹੁੰਦੀ ਆ ਤੇ ਉਹ ਹਰ ਬੰਦੇ ਨੂੰ ਅਲਾਉ ਕਰ ਦਿੰਦੇ ਆ। देखो गल तो इन्नी है, इदों वध होर कोई गल नहीं। पंजाब पुलिस फुली कंपीटेंट है। सैक्रेटरीट सारा पंजाब रिक्त दी सरकार रहिंदी है कि सीएम रहिंदा, तो उसको बड़ा सेंसर तेरी ता हो सकती। मैं कहना कोई इशू नहीं है, कोई इशू। चंडीगढ़ तो यूनियन टेरिटरी है चंडीगढ़। गुजरात में 80 किलोमीटर की था। ਦਿੱਲੀ ਬੁਲਾਇਆ ਉਹਨਾਂ ਨੂੰ, ਤੁਹਾਡੇ ਦਾ ਕਰੀਬੀ ਵੀ ਨੇ ਲੱਗਦਾ ਕਿ ਸਾਰੇ ਰੌਲੇ ਰੱਪੇ ਮੁੱਕ ਜਾਣਗੇ, ਕਿਉਂਕਿ ਹਲੇ ਵੀ ਉਹਨਾਂ ਦੇ ਗਿਲੇ ਸ਼ਿਕਵੇ ਲੱਗਦਾ कि ਚੱਲ ਹੀ ਰਿਹਾ। उन्होंने कहा समझौता करके आगे नहीं बढ़ा जा सकता, सिद्धू साहब ने ट्वीट किया है। यार गल तो सुनो, बेसिकली ਆਪਾਂ ਨਾ ਹੋਰ ਹੀ ਪਾਸੇ ਨੂੰ ਤੋੜਨੇ। ਆਪਾਂ ਇਹ ਫੇਰ ਕਿਸੇ ਦਿਨ ਕਰਨਾ। आपके साथी मैं साथी है, गहरी दोस्ती है हाँ आपकी। दोस्त है, मैं कदों कहना नहीं दोस्त। फिर आप बताओ। लेकिन बिल्कुल ठीक ठाक है। वो कोई पार्टी लैवल ਦੇ ਸਟਰਕਚਰ ਨੂੰ ਡਿਸਕਸ ਕਰਨ ਜਾ ਰਹੇ ਆ। ਦੇਖੋ ਜੇ ਪ੍ਰੈਜ਼ੀਡੈਂਟ ਹੀ ਪਾर्टी ਲੈਵਲ ਦੇ ਸਟਰਕਚਰ ਨੂੰ ਡਿਸਕਸ ਕਰਨਗੇ, ਹੋਰ ਕੌਣ ਕਰੂਗਾ? लेकिन वो कह रहे हैं कि समझौता करके आगे नहीं बढ़ा जा सकता। रणदीप जी आप